ये जो काले कानून ਜਿਹੜੇ ਸਰਕਾਰ ਨੇ ਸਾਡੇ ਤੇ ਥੋਪੇ ਆ ਅਸੀਂ ਉਹ ਰੱਦ ਕਰਵਾ ਕੇ ਹਟਾਂਗੇ। ਸਾਡੀਆਂ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਅਸੀਂ ਇੱਕ ਹੋ ਕੇ ਲੜੀਏ, ਕਿਸਾਨਾਂ ਨਾਲ ਡਟ ਕੇ, ਮਤਲਬ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇਸ ਅੰਦੋਲਨ 'ਚ ਸ਼ਾਮਲ ਹੋਈਏ। ਆਉਣ ਵਾਲੇ ਟਾਈਮ 'ਚ ਜੇ ਕਾਨੂੰਨ ਵਾਪਸ ਹੁੰਦੇ ਨੇ ਤਾਂ ਇਹ ਮੇਰਾ 골ਡ ਮੈਡਲ ਹੋ ਗਿਆ, ਮੇਰੇ ਸਾਥੀਆਂ ਦਾ 골ਡ ਮੈਡਲ ਹੋ ਗਿਆ। ਅਸੀਂ ਆਪਣੀ ਡਾਇਰੀ 'ਚ ਇਹ ਸਪੈਸ਼ਲ ਮੈਡਲ ਲਿਖਾਂਗੇ ਕਿ ਸਭ ਤੋਂ ਇੰਪੋਰਟੈਂਟ ਮੈਡਲ। ਮੇਰਾ ਦਾਦਾ ਬੈਠਾ ਉਰੇ ਹੈ ਨਾ, ਪਰਦਾਦਾ ਬੈਠਾ, ਇਹ ਇਹਨਾਂ ਦਾ ਵੱਡਾ ਯੋਗਦਾਨ ਹੈ। ਆਹ ਤਾਂ ਭੱਜ ਕੇ ਆਉਣਾ ਗੱਲ ਹੀ ਕੋਈ ਨਹੀਂ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਅਸੀਂ ਤੁਹਾਡੇ ਲਈ ਖੜਦੇ, ਤੁਸੀਂ ਸਾਡੇ ਲਈ ਕੁਝ ਕਰੋ, ਸਾਡੇ ਕਿਸਾਨਾਂ ਲਈ, ਸਾਡੇ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਲਈ ਕੁਝ ਕਰੋ। ਕਿਸਾਨ ਅੰਦੋਲਨ ਦਾ ਹਰ ਵਰਗ ਜਿਹੜਾ ਹੈਗਾ ਸਹਿਯੋਗ ਦੇ ਰਿਹਾ ਹੈ। ਤਾਂ ਤੁਹਾਨੂੰ ਗੱਲਬਾਤ ਕਰਦੇ ਆ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਨੌਜਵਾਨ ਲੜਕੇ ਲੜਕੀਆਂ ਜਿਹੜੇ ਰਨਿੰਗ ਕਰਕੇ ਇੱਥੇ ਪਹੁੰਚੇ ਹੈ। ਵੱਖਰੇ ਤੌਰ ਤੇ ਉਹਨਾਂ ਕੋਲੇ ਮਿਸਾਲ ਵੀ ਹੈ। ਗੱਲਬਾਤ ਕਰਦੇ ਆ। ਹਾਂਜੀ, ਕਿੱਥੋਂ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? D5 ਚੈਨਲ ਦੇਖ ਲਏ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰਹੰਦ ਤੋਂ ਚੱਲੇ ਸੀ, ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਤੋਂ। ਉੱਥੋਂ ਅਸੀਂ 1 ਤਰੀਕ ਨੂੰ ਚੱਲੇ ਸੀ ਤੇ ਅੱਜ 3 ਤਰੀਕ ਨੂੰ ਅਸੀਂ ਸਿੰਘੂ ਬਾਰਡਰ ਤੇ ਪਹੁੰਚੇ ਹਾਂ। ਆਪਣੇ ਫਾਰਮਰਸ ਭਾਈਚਾਰੇ ਨੂੰ ਸਪੋਰਟ ਕਰਨ ਲਈ, ਮੋਟੀਵੇਸ਼ਨ ਦੇਣ ਲਈ, ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਸਤੇ ਵੀ ਅਸੀਂ ਨਾਲ ਹੈ ਤੁਹਾਡੇ ਤੇ ਆਪਣੇ ਅਖੀਰਲੇ ਦਮ ਤੱਕ ਅਸੀਂ ਲੜਦੇ ਰਵਾਂਗੇ। ਇਹ ਜੋ ਕਾਲੇ ਕਾਨੂੰਨ ਜਿਹੜੇ ਸਰਕਾਰ ਨੇ ਸਾਡੇ ਤੇ ਥੋਪੇ ਆ ਅਸੀਂ ਉਹ ਰੱਦ ਕਰਵਾ ਕੇ ਹਟਾਂਗੇ। ਕਿ ਇੱਥੇ ਕਿੰਨੇ ਦਿਨਾਂ 'ਚ ਪਹੁੰਚੇ ਹੋ? ਭੱਜ ਕੇ ਆਏ ਹੋ, ਰਨਿੰਗ ਕਰਕੇ ਆਏ ਹੋ, ਪੈਦਲ ਆਏ ਹੋ, ਹੌਲੀ ਆਏ ਹੋ, ਸਟੇ ਕਰਦੇ ਹੋ? ਅਸੀਂ ਨਾਨ ਸਟਾਪ ਭੱਜ ਕੇ ਆਏ। ਡਿਊਰਿੰਗ ਦ ਡੇ ਸਵੇਰੇ 7-8 ਵਜੇ ਰਨ ਸਟਾਰਟ ਹੋ ਜਾਂਦਾ ਸੀ। ਆ ਸਾਡਾ ਟਾਰਚ ਆਫ ਯੂਨਿਟੀ ਮੋਟੋ ਹੈਗਾ, ਜਿਹਦੇ ਵਿੱਚ ਅਸੀਂ ਬੂਟਾ ਫਾਰਮਿੰਗ ਦਾ ਲਾ ਕੇ ਆਏ ਹਾਂ। ਸਵੇਰੇ 7 ਵਜੇ ਰਨ ਸ਼ੁਰੂ ਹੋ ਜਾਂਦਾ ਸੀ, ਫਿਰ ਉਸ ਤੋਂ ਬਾਅਦ ਅਗਲਾ ਬੱਚਾ ਭੱਜਦਾ ਸੀ, ਉਸ ਤੋਂ ਬਾਅਦ ਅਗਲਾ ਬੱਚਾ ਭੱਜਦਾ ਸੀਗਾ। ਸੋ ਆਲ ਟੂਗੇਦਰ ਕੋਈ 5 ਕਿਲੋਮੀਟਰ ਭੱਜਿਆ, ਕੋਈ ਕਿਲੋਮੀਟਰ ਭੱਜਿਆ, ਕੋਈ 2 ਕਿਲੋਮੀਟਰ ਭੱਜਿਆ। ਇੱਕ ਭਾਈ ਸਾਹਿਬ ਪਹਿਲੇ ਦਿਨ 30 ਕਿਲੋਮੀਟਰ ਭੱਜੇ ਸੀ। 64 ਸਾਲ ਦੇ ਆਪਣੇ ਕੋਚ ਸਾਹਿਬ ਸੀਗੇ ਪਟਿਆਲੇ ਤੋਂ, ਉਹਨਾਂ ਨੇ 35 ਕਿਲੋਮੀਟਰ ਰਨ ਕੀਤਾ। ਸੋ ਆਲ ਟੂਗੇਦਰ ਇਨਕਰੀਮੈਂਟਸ ਦੇ ਵਿੱਚ ਐਵਰੀ ਡੇ 70-80 ਕਿਲੋਮੀਟਰ, 80-90 ਕਿਲੋਮੀਟਰ ਤੇ ਅੱਜ ਅਸੀਂ 250 ਕਿਲੋਮੀਟਰ ਸਫ਼ਰ ਕਰਕੇ ਅੱਜ ਉਰੇ ਪਹੁੰਚੇ ਹਾਂ। ਇਹ ਜਿਹੜਾ ਤੁਸੀਂ ਨਵਾਂ ਫਾਰਮੂਲਾ ਅਪਣਾਇਆ ਹੈ, ਰਨਿੰਗ ਕਰਕੇ ਆਉਂਗੇ, ਕੀ ਲੱਗਦਾ ਹੈ ਕੇਂਦਰ ਸਰਕਾਰ ਤੱਕ ਤੁਹਾਡੀ ਜਿਹੜੀ ਆਵਾਜ਼ ਹੈ ਵੱਖਰੇ ਤੌਰ ਤੇ ਪਹੁੰਚੂਗੀ? ਦੇਖੋ ਜੀ, ਮੇਰਾ ਸੋਚਣਾ ਆਇਆ ਹੈ ਵੀ ਤੁਸੀਂ ਯੂਨੀਵਰਸ ਦੇ ਵਿੱਚ ਜਦੋਂ ਵੀ ਇਕੱਠੇ ਹੋ ਕੇ ਕੁਛ ਨਾ ਕੁਛ ਕਰੋਗੇ ਤਾਂ ਉਹਦੇ ਰਿਜ਼ਲਟਸ ਆਉਣਗੇ। ਹੋ ਸਕਦਾ ਅੱਜ ਨਾ ਆਉਣ, ਬਟ ਅਸੀਂ ਇਹ ਅੰਦੋਲਨ ਦਾ ਹਿੱਸਾ ਬਣੇ ਆ। ਮੇਰੇ ਅੰਦਰੋਂ ਇੱਕ ਆਵਾਜ਼ ਆਈ ਵੀ ਆਈ ਥਿੰਕ ਬਹੁਤ ਲੋਕਾਂ ਦੇ ਅੰਦਰੋਂ ਆਉਂਦੀ ਹੈ ਵੀ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ। ਸੋ ਤੁਸੀਂ ਨਾ ਜਿਵੇਂ ਹੁਣ ਆਪਣੇ ਕਈ ਭਾਈ ਸਾਹਿਬ ਨੇ ਉਹ ਬੰਬੇ ਜਾਂਦੇ ਆਰਟਿਸਟਾਂ ਦੇ ਘਰੇ, ਕਈਆਂ ਨੇ ਅਜੇ ਦੇਵਗਨ ਨੂੰ ਘੇਰਿਆ। ਸੋ ਹਰੇਕ ਦਾ ਇੱਕ ਮੈਥਡ ਹੈ, ਉਹ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਮੈਂ ਪਹਿਲਾਂ ਆ ਕੇ 1 ਮਹੀਨਾ ਸੇਵਾ ਕਰਾਉਂਦਾ ਰਿਹਾ। ਹੁਣ ਮੈਂ ਸੋਚਿਆ ਵੀ ਆਪਾਂ ਨੂੰ ਕੁਛ ਹੋਰ ਕ੍ਰੀਏਟਿਵ ਆਈਡੀਆ ਦੇ ਨਾਲ ਸਪੋਰਟ ਕਰਨੀ ਪਊਗੀ, ਲੋਕਾਂ ਨੂੰ ਨਾਲ ਜੋੜਨਾ ਪਊਗਾ, ਕੌਜ਼ ਦੇ ਨਾਲ ਜੋੜਨਾ ਪਊਗਾ। ਕੁੜੀਆਂ ਭੱਜੀਆਂ ਨੇ, ਦੇਖੋ ਕੁੜੀਆਂ ਭੱਜੀਆਂ ਕਿੰਨੀ ਵੱਡੀ ਗੱਲ ਆ। ਆਪਾਂ ਕਹਿੰਦੇ ਵੀ ਬੰਦੇ ਆਪਣੇ ਅੰਦੋਲਨ 'ਚ ਆਉਂਦੇ ਨਹੀਂ, ਕੁੜੀਆਂ ਆਈਆਂ ਨੇ ਜੀ। 19 ਕਿੰਨੀ ਗਿਣਤੀ ਹੈ? ਕਿੰਨੇ ਤੁਸੀਂ ਕੋਲੋਂ ਕਿੰਨੀਆਂ ਲੜਕੀਆਂ, ਕਿੰਨੇ ਲੜਕੇ? ਇਹ ਆਲ ਟੂਗੇਦਰ 50-55 ਨੇ ਜੀ। ਬੱਚੇ ਵੀ, ਮੇਰਾ ਆਪ ਦਾ ਖੁਦ ਦਾ ਬੱਚਾ ਪਹਿਲੇ ਦਿਨ 25-30 ਕਿਲੋਮੀਟਰ ਸਾਈਕਲ ਚਲਾ ਕੇ ਆਇਆ, ਫਿਰ ਉਹ ਵਾਪਸ ਚਲੇ ਗਿਆ ਸੀ। ਕੱਲ੍ਹ 4-5 ਵਾਰੀ ਫੋਨ ਕਰਦਾ ਰਿਹਾ ਮੈਨੂੰ, ਪਾਪਾ ਮੈਨੂੰ ਛੱਡ ਕੇ ਕਿਉਂ ਗਏ, ਮੈਨੂੰ ਛੱਡ ਕੇ ਕਿਉਂ ਗਏ। ਅੱਜ ਫੇਰ ਆਇਆ, ਬਿਮਾਰ ਸੀਗਾ, ਹੁਣ ਗੱਡੀ 'ਚ ਬੈਠਾ, ਉਹਨੇ ਬਹੁਤ ਯੋਗਦਾਨ ਦਿੱਤਾ। ਸੋ ਅਸੀਂ ਇਹ ਗੱਲ ਕਰਦੇ ਹਾਂ ਵੀ ਸਾਡੇ ਖੂਨ ਦੇ ਵਿੱਚ ਸਾਡੇ ਬਲੱਡ ਦੇ ਵਿੱਚ ਕਿੰਨਾ ਹੈਗਾ ਵੀ ਅਸੀਂ ਫਾਈਟ ਕਰਨਾ ਆਲ ਦਾ ਟਾਈਮ। ਸੋ ਜਿਹੜਾ ਆਪਰੇਸ਼ਨ ਗਵਰਨਮੈਂਟ ਨੇ ਸਾਡੇ ਉੱਪਰ ਥੋਪਤਾ ਹੈਗਾ ਤਾਂ ਅਸੀਂ ਉਹਦੇ ਅਗੇਂਸਟ ਫਾਈਟ ਕਰਦੇ ਰਵਾਂਗੇ। ਕਿਸੇ ਵੀ ਮੋੜ ਦੇ ਨਾਲ ਅਸੀਂ ਕਰਾਂਗੇ। ਅੱਜ ਹੋ ਜਾਣ ਰੱਦ, ਕੱਲ੍ਹ ਹੋ ਜਾਣ ਰੱਦ, ਜ਼ਰੂਰ ਹੋਣਗੇ। ਬ੍ਰਦਰ, ਤੁਸੀਂ ਖੁਦ ਨੌਜਵਾਨ ਹੋ। ਜਿਹੜੇ 26 ਜਨਵਰੀ ਨੂੰ ਘਟਨਾਕ੍ਰਮ ਹੋਇਆ ਸੀ, ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਜਿਹੜੀਆਂ ਇੱਥੇ ਜਥੇਬੰਦੀਆਂ ਸੀਗੀਆਂ, ਕਿਸਾਨ ਜਥੇਬੰਦੀਆਂ, ਉਹਨਾਂ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਥੋੜ੍ਹਾ ਪਿੱਛੇ ਕਰਤਾ ਸੀ, ਕਿਉਂਕਿ ਜ਼ਿਆਦਾ ਗਿਣਤੀ ਜਿਹੜੀ ਨੌਜਵਾਨਾਂ ਦੀ ਉਹਨਾਂ ਨੂੰ ਫੋਲੋ ਕਰਦੇ ਸੀਗੇ। 26 ਤਰੀਕ ਤੋਂ ਬਾਅਦ ਕਿਹਾ ਜਾ ਰਿਹਾ ਵੀ ਨੌਜਵਾਨਾਂ ਦੀ ਗਿਣਤੀ ਘਟੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਵੇਂ ਅੰਦੋਲਨ ਹੈ, ਇਹਦੇ ਵਿੱਚ ਮੇਰੀ ਪਰਸਨਲ ਥਿੰਕਿੰਗ ਇਹ ਆ, ਇੱਕ ਪਰਿਵਾਰ ਹੈ। ਜਦੋਂ ਆਪਾਂ ਪਹਿਲੇ ਦਿਨ ਚੱਲੇ ਸੀ, ਇੱਕ ਪਰਿਵਾਰ ਵਾਂਗੂ ਚੱਲੇ ਸੀ। ਆਪਣਾ ਕੋਈ ਵੀ ਵੈਸੇ ਤਾਂ ਕੋਈ ਗਲਤ ਕੰਮ ਹੋਇਆ ਨਹੀਂ ਮੇਰੀ ਸੋਚ ਮੁਤਾਬਿਕ। ਲੈਟਸ ਅਸਿਊਮ ਫॉर 1 ਸੈਕਿੰਡ ਆਪਣਾ ਬੱਚਾ ਇੱਕ ਰਾਤ ਕੋਈ ਗਲਤੀ ਕਰਕੇ ਆ ਗਿਆ, ਆਪਾਂ ਅਗਲੇ ਦਿਨ ਉਹ ਬੱਚੇ ਨੂੰ ਘਰੋਂ ਕੱਢਦੇ ਹਾਂ ਕਿ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਬੇਟਾ let's sit together and have a resolution ਆਪਾਂ ਅੱਗੇ ਕੀ ਕਰਨਾ ਹੈ, and you should be coming on time at 9 o'clock and this is what we are going to follow। ਠੀਕ ਹੈ ਨਾ, ਮੇਰੇ ਹਿਸਾਬ ਨਾਲ ਉਹ ਪ੍ਰੋਟੋਕਾਲ ਹੋਣਾ ਚਾਹੀਦਾ ਸੀ, ਕਿਉਂਕਿ ਜਦ ਤੱਕ ਆਪਾਂ ਇਕੱਠੇ ਨਹੀਂ ਨਾ ਲੜਾਂਗੇ, ਯੂਨਿਟੀ ਨਹੀਂ ਹੋਊਗੀ ਆਪਣੇ ਵਿੱਚ, ਆਪਾਂ ਕਦੀ ਵੀ ਜਿੱਤ ਹਾਸਲ ਨਹੀਂ ਕਰ ਸਕਦੇ। ਹੁਣ ਗੌਰਮੈਂਟ ਨੇ ਹਰੇਕ ਤਰ੍ਹਾਂ ਦਾ ਉਪਰਾਲਾ ਕਰਕੇ ਦੇਖ ਲਿਆ ਵੀ ਇਹਨਾਂ ਨੂੰ ਕਿਵੇਂ ਦਬਾਇਆ ਜਾ ਸਕੇ, ਹੈ ਨਾ। ਸੋ ਮੇਰੀ ਸੋਚ ਇਹ ਕਹਿੰਦੀ ਹੈ ਹਮੇਸ਼ਾ ਯੂਨਿਟੀ ਦੇ ਨਾਲ ਚੱਲੋ। ਠੀਕ ਹੈ, ਸਾਰੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਆਪਾਂ ਨੂੰ ਰਲ ਮਿਲ ਕੇ ਇੱਕ ਦੂਜੇ ਦੀ ਕਮੀ ਪੇਸ਼ੀਆਂ ਨੂੰ ਦੇਖਦੇ ਹੋਏ। ਤੁਹਾਡਾ ਕਹਿਣ ਦਾ ਭਾਵ ਹੈ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਮੁੜ ਤੋਂ ਜਿਹੜੀ ਇਹ ਵਾਂਗਡੋਰ ਸੰਭਾਲਣੀ ਚਾਹੀਦੀ ਹੈ?
ਦੇਖੋ ਜੁੜ ਕੇ ਚੱਲਣਾ ਚਾਹੀਦਾ। ਇਵੇਂ ਨਹੀਂ ਮੈਂ ਕਹਿੰਦਾ ਵੀ ਕੋਈ ਵਨ ਪਾਰਟਿਕੂਲਰ ਲੀਡਰ ਹੋਵੇ, ਸਾਰੇ ਕੰਬਾਈਨਡ ਵਿਊਜ਼ ਹੋਣ, ਕ੍ਰੀਏਟਿਵ ਆਈਡੀਆਜ਼ ਹੋਣ, ਕ੍ਰੀਏਟਿਵ ਥਾਟਸ ਹੋਣ, ਤਾਂ ਕਿ ਆਪਾਂ ਇਹਨੂੰ ਜੁਆਇੰਟ ਕਰਕੇ ਅੱਗੇ ਚੱਲੀਏ, ਹੈ ਨਾ। ਆਪਾਂ ਤੋੜ ਕੇ ਗੱਲ ਸੁਣੋ, ਆਪਣੇ ਘਰ 'ਚ ਲੜਾਈ ਹੋ ਜੇ, ਆਪਾਂ ਚਾਹੁੰਦੇ ਹਾਂ ਵੀ ਗੁਆਂਢੀ ਨੂੰ ਪਤਾ ਨਾ ਲੱਗੇ, ਠੀਕ ਹੈ। ਮੈਂ ਉਰੇ ਦੇਖਦਾ ਵੀ ਆਪਾਂ ਆਪਸ 'ਚ ਲੜ ਕੇ ਆਪਾਂ ਗੁਆਂਢੀਆਂ ਨੂੰ ਦੱਸੀ ਜਾਂਦੇ ਵੀ ਅਸੀਂ ਲੜ ਪਏ, ਠੀਕ ਹੈ। ਹੁਣ ਇੰਡੀਆ ਚੀਨ ਦੀ ਲੜਾਈ ਲੜ ਜੇ ਤੇ ਇੰਡੀਆ ਦੇ ਸੋਲਜਰ ਆਪਸ 'ਚ ਹੀ ਲੜ ਪਣ, ਚੀਨ ਨੇ ਤਾਂ ਹਮਲਾ ਕਰਕੇ ਆਪਣੇ ਤੇ ਕਬਜ਼ਾ ਕਰ ਲੈਣਾ। ਸੋ ਮੈਂ ਸੋਚਦਾ ਵੀ ਰਲ ਮਿਲ ਕੇ ਚੱਲਣਾ ਚਾਹੀਦਾ, ਕੰਬਾਈਨਡ ਚੱਲਣਾ ਚਾਹੀਦਾ, ਕ੍ਰੀਏਟਿਵ ਥਾਟਸ ਹੋਣੇ ਚਾਹੀਦੇ ਆ, ਪ੍ਰਪੋਜ਼ਲਸ ਹੋਣੇ ਚਾਹੀਦੇ ਨੇ, ਡਿਸਕਸ਼ਨਸ ਹੋਣੀਆਂ ਚਾਹੀਦੀਆਂ, ਤਾਂ ਕਿ ਆਪਾਂ ਯੂਨਿਟੀ ਸ਼ੋਅ ਕਰ ਸਕੀਏ। ਪੰਜਾਬ ਸਰਕਾਰ ਨੇ ਜਿਹੜੀਆਂ ਮੁੜ ਤੋਂ ਜਿਹੜਾ ਕਰੋਨਾ ਦਾ ਪ੍ਰਕੋਪ ਹੈ ਜਿਹੜਾ ਉਹਨੂੰ ਵਾਧੇ ਨੂੰ ਦੇਖਦੇ ਹੋਏ ਸਖਤ ਹਦਾਇਤਾਂ ਜਾਰੀ ਕੀਤੀਆਂ, ਕਿਤੇ ਰਸਤੇ ਦੇ ਵਿੱਚ ਸਰਕਾਰ ਵੱਲੋਂ ਜਾਂ ਕਿਸੇ ਸਿਹਤ ਵਿਭਾਗ ਵੱਲੋਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ? ਦੇਖੋ ਬੜੇ ਨਾਕੇ ਲੱਗੇ ਸੀ, ਕਈ ਥਾਵਾਂ ਤੇ ਹਲਕੇ ਹਲਕੇ ਸਟਾਪਸ ਵੀ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਦੇਖੋ ਜੀ ਆ ਜਿਹੜੇ 5-6 ਮਹੀਨਿਆਂ ਤੋਂ ਆਪਣੇ ਬਜ਼ੁਰਗ ਬੈਠੇ ਆ, ਮੇਰਾ ਦਾਦਾ ਬੈਠਾ ਉਰੇ, ਹੈ ਨਾ, ਪੜਦਾਦਾ ਬੈਠਾ, ਇਹਨਾਂ ਦਾ ਵੱਡਾ ਯੋਗਦਾਨ ਹੈ। ਆ ਤਾਂ ਭੱਜ ਕੇ ਆਉਣਾ ਗੱਲ ਹੀ ਕੋਈ ਨਹੀਂ ਸੀ। ਬਹੁਤ ਬਹੁਤ ਧੰਨਵਾਦ। ਤੇ ਇਹ ਨੌਜਵਾਨ ਲੜਕੀਆਂ ਜਿਹੜੀਆਂ ਇਹਨਾਂ ਦੇ ਜਥੇ ਦੇ ਨਾਲ ਆਈਆਂ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ, ਕਿਉਂਕਿ 8 ਤਰੀਕ ਨੂੰ ਜਿਹੜਾ ਇੱਕ ਮਹਿਲਾ ਦਿਵਸ ਵੀ ਆ ਰਿਹਾ। ਤੁਸੀਂ ਹੁਣ ਤੱਕ ਦੀ ਗੱਲ ਕਰੀਏ ਤਾਂ ਜਿਹੜੀਆਂ ਮਹਿਲਾਵਾਂ ਦੀ ਇਸ ਮੋਰਚੇ ਨੂੰ ਬਹੁਤ ਵੱਡੀ ਦੇਣ ਹੈ, ਕੀ ਮੰਨਣਾ ਤੁਹਾਡਾ? ਮੈਂ ਕਿੰਨੀ ਵਾਰੀ ਕਹਾਂ ਕਿ ਮਤਲਬ ਜਿਹੜੀ ਲੇਡੀਜ਼ ਹੈ ਨਾ, ਉਹਨੂੰ ਜਗ ਜਨਨੀ ਕਿਹਾ ਗਿਆ। ਵਾਹਿਗੁਰੂ ਵੀ ਨੇ ਕਿਹਾ ਸੋ ਕੋ ਮੰਦਾ ਆਖੀਏ ਜਿਨ ਜੰਮੇ ਰਾਜ਼ਾਨ। ਤਾਂ ਲੇਡੀਜ਼ 'ਚ ਬਹੁਤ ਪਾਵਰ ਹੈ, ਉਹ ਦੁਨੀਆ ਨੂੰ ਇੱਧਰ ਤੋਂ ਉੱਧਰ ਕਰ ਸਕਦੀ ਹੈ, ਤੇ ਇਹ ਸਾਡੀ ਪਾਵਰ ਹੈ। ਮਤਲਬ ਜੇ ਧਰਤੀ ਤੇ ਕੋਈ ਵੀ ਸਾਡੀ ਅੱਗੇ ਜਾ ਰਹੀ ਹੈ ਪੀੜ੍ਹੀ, ਤੇ ਇਹ ਸਾਡੀ ਮਤਲਬ ਜਿਹੜੀ ਔਰਤ ਹੈ ਨਾ, ਉਹ ਸੰਭਾਲ ਰਹੀ ਹੈ। ਤੇ ਮੈਂ ਚਾਹੁੰਦੀ ਹਾਂ ਕਿ ਵੀ ਜਿਹੜਾ ਮੇਰੇ ਨਾਲ ਦੀਆਂ ਮੇਰੀਆਂ ਭੈਣਾਂ ਨੇ, ਉਹ ਸਾਨੂੰ ਦੇਖ ਕੇ ਬਾਹਰ ਆਣ ਕਿ ਸਾਡੇ ਹੱਕ ਖੋਏ ਜਾ ਰਹੇ ਨੇ, ਸਾਡੀਆਂ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਅਸੀਂ ਇੱਕ ਹੋ ਕੇ ਲੜੀਏ, ਕਿਸਾਨਾਂ ਨਾਲ ਡਟ ਕੇ, ਮਤਲਬ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇਸ ਅੰਦੋਲਨ 'ਚ ਸ਼ਾਮਲ ਹੋਈਏ। ਤੁਸੀਂ ਰਨਿੰਗ ਕਰਕੇ ਉੱਥੇ ਆਏ ਹੋ, ਕੋਈ ਤੁਹਾਡਾ ਰਾਹ ਦਸੀਰਾ ਬਣਿਆ ਜਾਂ ਤੁਸੀਂ ਖੁਦ ਦੇ ਵਿੱਚ ਜਜ਼ਬਾ ਸੀਗਾ ਕਿ ਇਸ ਅੰਦੋਲਨ ਦੇ ਵਿੱਚ ਅਸੀਂ ਪਹੁੰਚ ਕੇ ਹਿੱਸਾ ਪਾਈਏ? ਸਾਡਾ ਖੁਦ ਦਾ ਜਜ਼ਬਾ ਸੀ, ਅਸੀਂ ਦਿਲੋਂ ਆਵਾਜ਼ ਆਈ ਕਿ ਨਹੀਂ, ਅਸੀਂ ਸਾਰੇ ਪਲੇਅਰ ਆ ਸਪੋਰਟਸ, ਮੈਂ ਨਾ ਮਤਲਬ ਅਸੀਂ ਐਥਲੈਟਿਕਸ ਗੇਮ ਕਰਦੇ ਆ, ਤਾਂ ਮਤਲਬ ਅਸੀਂ ਬਹੁਤ ਈਵੈਂਟ ਲੜਿਆ, ਬਹੁਤ ਮਤਲਬ ਈਵੈਂਟ ਖੇਡਿਆ, ਪਰ ਜਿਹੜਾ ਆਹ ਵਾਲਾ ਸੀ ਰਨ, ਓ ਮਾਈ ਗੋਡ, ਮੈਂ ਇਦਾਂ ਦਾ ਕਦੇ ਮਤਲਬ ਸੋਚ ਵੀ ਨਹੀਂ ਸਕਦੀ ਸੀ ਵੀ ਕਿੰਨਾ ਮੇਰੇ ਲਈ ਸਭ ਤੋਂ ਡਿਫਰੈਂਟ ਇਹ ਵਾਲਾ ਈਵੈਂਟ ਸੀਗਾ। ਜੇ ਅੱਜ ਮਤਲਬ ਆਉਣ ਵਾਲੇ ਟਾਈਮ 'ਚ ਜੇ ਕਾਨੂੰਨ ਵਾਪਸ ਹੁੰਦੇ ਨੇ, ਤਾਂ ਇਹ ਮੇਰਾ 골ਡ ਮੈਡਲ ਹੋ ਗਿਆ, ਮੇਰੀਆਂ ਸਾਥਣਾਂ ਦਾ 골ਡ ਮੈਡਲ ਹੋ ਗਿਆ। ਅਸੀਂ ਆਪਣੀ ਡਾਇਰੀ 'ਚ ਇਹ ਸਪੈਸ਼ਲ ਮੈਡਲ ਲਿਖਾਂਗੇ ਕਿ ਸਭ ਤੋਂ ਇੰਪੋਰਟੈਂਟ ਮੈਡਲ ਮੇਰੇ ਗਲ 'ਚ ਪਿਆ ਹੈ। ਇਹ ਤਾਂ ਹੁਣ ਜੇਕਰ ਆਪਾਂ ਰਸਤੇ ਦੀ ਗੱਲ ਕਰੀਏ, ਰਸਤੇ ਦੇ ਵਿੱਚ ਲੋਕਾਂ ਨੇ ਤੁਹਾਨੂੰ ਕਿੰਨਾ ਕੁ ਐਪਰੀਸ਼ੀਏਟ ਕੀਤਾ ਹੈ, ਉੱਥੇ ਹੀ ਤੁਹਾਨੂੰ ਇਹ ਮਹਿਸੂਸ ਹੋ ਗਿਆ ਨਾ ਵੀ ਅਸੀਂ ਬੜੇ ਸਿੱਧੇ ਰਸਤੇ ਜਾ ਰਹੇ ਹਾਂ? ਮੈਨੂੰ ਰੋਣਾ ਆ ਰਿਹਾ ਸੀ ਜਦੋਂ ਸਾਨੂੰ ਇੰਨੀਆਂ ਸਾਰੀਆਂ ਮਤਲਬ ਆਸ਼ੀਰਵਾਦ, ਲੋਕ ਬਾਹਰ ਆ ਕੇ ਸਾਡੀ ਸਪੋਰਟ ਕਰ ਰਹੇ ਸੀ। ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਲੇਡੀਜ਼ ਨੂੰ ਸਮਝਦੇ ਵੀ ਇਹ ਰੋਟੀ ਬਣਾਉਣ ਲਈ ਹੈ ਜਾਂ ਕੁੜੀਆਂ ਨੂੰ ਘਰੋਂ ਬਾਹਰ, ਪਰ ਜਦੋਂ ਅਸੀਂ ਰਾਸਤੇ ਵਿੱਚ ਆ ਰਹੇ ਸੀ, ਸਰਹੰਦ ਤੋਂ ਤੁਰੇ ਇੱਥੇ ਸਿੰਧੂਲੀ, ਤਾਂ ਰਾਸਤੇ ਵਿੱਚ ਜਿੰਨੇ ਅਸੀਂ ਸਟਾਪ ਆਏ ਜਾਂ ਜਿੰਨੇ ਲੋਕਾਂ ਨੇ ਸਾਨੂੰ ਦੇਖਿਆ, ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਕੁੜੀਆਂ ਨੂੰ ਵੀ ਲੱਗ ਰਿਹਾ ਸੀ ਵੀ ਅਸੀਂ ਵੀ ਇਸ ਰੇਸ ਦਾ ਹਿੱਸਾ ਹੁੰਦੀਆਂ, ਵੀ ਅਸੀਂ ਉਹਨਾਂ ਲਈ ਵੀ ਦਿਲ 'ਚ ਇਹ ਫੀਲਿੰਗ ਜਗਾ ਰਹੇ ਹਾਂ ਕਿ ਵੀ ਸਾਨੂੰ ਵੀ ਇਸ ਮੋਰਚੇ ਲਈ ਜਾਣਾ ਚਾਹੀਦਾ ਹੈ, ਸਾਨੂੰ ਵੀ ਲੜਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਹੁਣ ਤੁਹਾਡਾ ਕਿੱਦਾਂ ਦਾ ਮੈਸੇਜ ਆਊਗਾ ਕੇਂਦਰ ਸਰਕਾਰ ਕੋਲੇ? ਲੱਗਦਾ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਰਨਿੰਗ ਕਰਕੇ ਆਏ ਆ, ਨੌਜਵਾਨ ਹੋ ਤੁਸੀਂ, ਤੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਹੋਊਗੀ? ਬਿਲਕੁਲ ਹੋਊਗੀ। ਦੇਖੋ ਅਸੀਂ ਸਾਰੇ ਖਿਡਾਰੀ ਕਿਸ ਲਈ ਖੇਡਦੇ ਹਾਂ? ਆਪਣੇ ਦੇਸ਼ ਲਈ ਨਾ। ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਅਸੀਂ ਤੁਹਾਡੇ ਲਈ ਖੇਡਦੇ, ਤੁਸੀਂ ਸਾਡੇ ਲਈ ਕੁਝ ਕਰੋ, ਸਾਡੇ ਕਿਸਾਨਾਂ ਲਈ, ਸਾਡੇ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਲਈ ਕੁਝ ਕਰੋ। ਮੈਂ ਤਾਂ ਸਰਕਾਰ ਨੂੰ ਇਹੀ ਚਾਹੂੰਗੀ ਕਿ ਅਸੀਂ ਕੋਈ ਮਤਲਬ ਲੜਾਈ ਝਗੜਾ ਜਾਂ ਕੁਝ ਵੀ ਇੱਥੇ ਉਹ ਨਹੀਂ ਕਰਨਾ ਹੈ, ਅਸੀਂ ਕੋਈ ਅੱਤਵਾਦੀ ਨਹੀਂ, ਅਸੀਂ ਨਾ ਸ਼ਾਂਤੀਪੂਰਵਕ ਇਹ ਅੰਦੋਲਨ ਕਰ ਰਹੇ ਹਾਂ। ਤੁਸੀਂ ਸਾਡੀ ਸੁਣੋ, ਅਸੀਂ ਤੁਹਾਡੇ ਲਈ ਖੇਡ ਰਹੇ ਹਾਂ, ਤੁਹਾਨੂੰ ਰੀਪ੍ਰੈਜ਼ੈਂਟ ਕਰਨਾ, ਤਾਂ ਤੁਸੀਂ ਵੀ ਸਾਡੀ ਸਪੋਰਟ। ਕਹਿੰਦੇ ਨਾ ਵੀ ਇਹ ਲੋਕਾਂ ਦੀ ਸਰਕਾਰ ਹੈ, ਤਾਂ ਫਿਰ ਲੋਕਾਂ ਦੀ ਸਰਕਾਰ ਦੇ ਨਾਲ ਧੱਕਾ ਕਿਉਂ ਕਰ ਰਹੇ ਹੋ? ਮਤਲਬ ਤੁਸੀਂ ਇਸ ਨੂੰ ਬੰਦ ਕਰੋ, ਬਹੁਤ ਹੋ ਗਿਆ। ਕਿਉਂਕਿ ਸਾਡੇ ਬਜ਼ੁਰਗ ਇੱਥੇ 3-4 ਮਹੀਨੇ ਤੋਂ ਇੱਥੇ ਬੈਠੇ ਹੋਏ ਨੇ, ਮੈਨੂੰ ਨਹੀਂ ਲੱਗ ਰਿਹਾ ਕਿ ਇਹ ਠੀਕ ਹੈ। ਮਤਲਬ ਤੁਸੀਂ ਸੁਣੋ, ਅਸੀਂ ਤੁਹਾਡੇ ਲਈ ਖੇਡਣਾ ਵਾ, ਤੁਹਾਡੇ ਲਈ ਕਰਨਾ ਵਾ, ਤੁਸੀਂ ਸਾਡੇ ਕਿਸਾਨਾਂ ਲਈ, ਸਾਡੇ ਲਈ ਸੁਣੋ, ਇਸ ਚੀਜ਼ ਨੂੰ ਬੰਦ ਕਰੋ। ਤੁਸੀਂ ਖੁਦ ਜਿਹੜਾ ਉਮਰਾਂ ਵੀ ਤੁਹਾਡੀਆਂ ਛੋਟੀਆਂ ਆ, ਤੁਸੀਂ ਇੱਥੇ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਲਈ ਆਏ ਹੋ, ਤੁਹਾਡੇ ਦਿਲ ਨੇ ਕਿਹਾ ਵੀ ਅਸੀਂ ਪਹੁੰਚ ਗਏ। ਪਰ ਦੂਜੇ ਪਾਸੇ ਗੱਲ ਕਰੀਏ ਕੰਗਨਾ ਰਣੌਤ ਦੀ, ਕੰਗਨਾ ਰਣੌਤ ਲਗਾਤਾਰ ਵੱਖਵਾਦੀ, ਅੱਤਵਾਦੀ ਦੱਸ ਰਹੀ ਹੈ।
ਕੰਗਣਾ ਨੂੰ ਤਾਂ ਕੁਝ ਪਤਾ ਹੀ ਨਹੀਂ। ਕੰਗਣਾ ਮੈਨੂੰ ਨਹੀਂ ਲੱਗਦਾ ਕਿ ਉਹ ਪਤਾ ਨਹੀਂ ਕਿਹੜੀ ਕੈਟਾਗਰੀ ਦੀ ਹੈ, ਮਤਲਬ ਸਮਝ ਹੀ ਨਹੀਂ ਰਹੀ। ਲੋਕ ਉਹਦੀ ਇੰਨੀ ਬੇਇੱਜ਼ਤੀ ਕਰ ਰਹੇ ਨੇ, ਇੰਨਾ ਕੁਝ ਉਹਦੇ ਬਾਰੇ ਬੋਲ ਰਹੇ ਨੇ, ਪਤਾ ਨਹੀਂ ਉਹ ਕਿਸ ਚੀਜ਼ ਦੀ ਬਣੀ ਹੋਈ ਹੈ, ਕਿਸ ਮਿੱਟੀ ਦੀ ਬਣੀ ਹੋਈ ਹੈ। ਮਤਲਬ ਬੰਦੇ ਨੂੰ ਥੋੜੀ ਬਹੁਤੀ ਤਾਂ ਸ਼ਰਮ ਹੋਣੀ ਚਾਹੀਦੀ ਹੈ ਵੀ ਅਸੀਂ ਇੰਨੀਆਂ ਲੇਡੀਜ਼, ਉਹਨੇ ਸਾਡੀ ਮਾਤਾ ਬਜ਼ੁਰਗ ਬਾਰੇ ਇੰਨਾ ਕੁਝ ਬੋਲਿਆ, ਉਹ ਵੀ ਤਾਂ ਕਿਸੇ ਮਾਂ ਦੇ ਕੁੱਖੋਂ ਜੰਮੀ ਹੋਈ ਹੈ, ਉਹਨੂੰ ਇਹ ਚੀਜ਼ ਬੋਲਣੀ ਨਹੀਂ ਬਣਦੀ। ਉਹ ਸਪੋਰਟ ਦੀ ਬਜਾਏ ਸਾਨੂੰ ਸਾਡੇ ਲਈ ਇੰਨੇ ਗੰਦੇ ਵਰਡ ਯੂਜ਼ ਕਰ ਰਹੀ ਹੈ, ਇੱਕ ਲੇਡੀਜ਼ ਹੋ ਕੇ ਲੇਡੀਜ਼ ਨੂੰ ਇੰਨਾ ਕੁਝ ਬੋਲ ਰਹੀ ਹੈ। ਮੈਨੂੰ ਨਹੀਂ ਲੱਗਦਾ ਉਹਦੀ ਸੋਚ ਤੇ, ਮੈਂ ਉਸ ਦੀ ਸੋਚ ਤੇ ਥੂ ਕਰਨੀ ਹੈ ਵੀ ਉਹਦੀ ਸੋਚ ਬਹੁਤ ਮਾੜੀ ਹੈ। ਲਾਸਟ ਸਵਾਲ ਹੈ, 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਆ ਰਿਹਾ ਹੈ, ਉਸ ਮਹਿਲਾ ਦਿਵਸ ਤੇ ਤੁਸੀਂ ਕੀ ਕਰਨ ਜਾ ਰਹੇ ਹੋ ਔਰ ਹੋਰ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਕਹਿੰਦੀ ਹਾਂ ਜੀ ਸਰ, ਦੇਖੋ ਜਿਹੜਾ ਕਹਿੰਦੇ ਆ ਨਾ ਸਭ ਤੋਂ ਜੈਂਟਸ ਦੀ ਪਾਵਰ ਕੀ ਹੁੰਦੀ ਹੈ, ਲੇਡੀਜ਼। ਤੇ ਮੈਂ ਜਿਹੜੀਆਂ ਘਰੇ ਔਰਤਾਂ ਬਜ਼ੁਰਗਾਂ ਮੇਰੀਆਂ ਮਾਤਾ ਭੈਣਾਂ ਬੈਠੀਆਂ ਨੇ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਜਾਗੀਏ, ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਈਏ, ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੀਏ। ਜੇ ਅਸੀਂ ਸਾਰੇ ਇੱਕ ਹੋ ਜਾਂਦੇ ਹਾਂ ਤਾਂ ਇਹ ਅੰਦੋਲਨ ਸਕਸੈਸ ਹੋ ਜਾਊਗਾ, ਇਹ ਕਾਲੇ ਕਾਨੂੰਨ ਵਾਪਸ ਹੋ ਜਾਣਗੇ, ਸਰਕਾਰ ਨੂੰ ਪਤਾ ਚੱਲ ਜਾਊਗਾ ਕਿ ਕੁਝ ਹੈ। ਇਹ ਲੇਡੀਜ਼ ਸਿਰਫ ਰੋਟੀ ਬਣਾਉਣ ਲਈ ਨਹੀਂ ਹੈਗੀਆਂ ਜਾਂ ਫਿਰ ਘਰ ਦੇ ਕੰਮਾਂ ਲਈ ਨਹੀਂ ਹੈਗੀਆਂ, ਉਹ ਜਿੱਥੇ ਖੜ ਗਈਆਂ ਉੱਥੇ ਅੜ ਗਈਆਂ। ਬਹੁਤ ਬਹੁਤ ਧੰਨਵਾਦ। ਤਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਸ਼ਹੀਦਾਂ ਦੀ ਧਰਤੀ ਹੈ, ਉੱਥੋਂ ਇਹ ਜਥਾ ਜਿਹੜਾ ਹੈਗਾ, ਨੌਜਵਾਨ ਲੜਕੇ ਲੜਕੀਆਂ ਜਿਹੜੀਆਂ ਰਨਿੰਗ ਕਰਕੇ ਇੱਥੇ ਪਹੁੰਚੇ ਆ, 3 ਦਿਨਾਂ ਦੇ ਵਿੱਚ ਪਹੁੰਚੇ ਆ। ਵੱਡਾ ਜਜ਼ਬਾ ਇਹਨਾਂ ਦੇ ਵਿੱਚ, ਇਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਮਹਿਲਾ ਦਿਵਸ ਆ ਰਿਹਾ 8 ਮਾਰਚ ਨੂੰ, ਉਹ ਵੀ ਮਹਿਲਾਵਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅੱਗੇ ਆਉਣ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹਨਾਂ ਦਾ ਜਿਹੜਾ ਸੰਦੇਸ਼ ਹੈ ਕੇਂਦਰ ਸਰਕਾਰ ਤੱਕ ਕਿਵੇਂ ਜਾਂਦਾ ਹੈ। ਕੇਂਦਰ ਸਰਕਾਰ ਕਿਤੇ ਨਾ ਕਿਤੇ ਇਹਨਾਂ ਦੇ ਜਜ਼ਬੇ ਨੂੰ ਵੇਖ ਕੇ ਜਿਹੜਾ ਇਸ ਅੰਦੋਲਨ ਦੀ ਸਮਾਪਤੀ ਨੂੰ ਵੱਲ ਵਧੇਗੀ ਤੇ ਜਾਂ ਨਹੀਂ। ਕੈਮਰਾਮੈਨ ਗਗਨ ਭਾਰਤੀ ਦੇ ਨਾਲ ਗੁਰਜੀਤ ਰਮਾਣਾ, D5 ਚੈਨਲ ਪੰਜਾਬੀ, ਸਿੰਘੂ ਬਾਰਡਰ, ਦਿੱਲੀ।